ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ ਆਪ ਜੀ ਦੇ ਸਾਹਮਣੇ ਇੱਕ ਲੇਖ ਪੇਸ਼ ਕਰ ਰਹੀ ਹਾਂ, ਜਿਸ ਦਾ ਨਾਂ ਹੈ ਹੱਸੋ ਜ਼ਰੂਰ ਪਰ ਕਿਸੇ ਦੀ ਮਜਬੂਰੀ 'ਤੇ ਨਹੀਂ। ਹੱਸਣਾ ਇਨਸਾਨੀ ਸ਼ਖਸੀਅਤ ਨੂੰ ਉਜਾਗਰ ਕਰਦਾ ਹੈ ਕਿ ਉਹ ਕਿਹੜੀਆਂ ਗੱਲਾਂ 'ਤੇ ਹੱਸਦਾ ਹੈ ਅਤੇ ਕਿਹੜੀਆਂ ਗੱਲਾਂ 'ਤੇ ਉਦਾਸ ਹੁੰਦਾ ਹੈ। ਇਹੀ ਗੱਲ ਉਸ ਦੇ ਚੰਗੇ ਅਤੇ ਮਾੜੇ ਪੱਖ ਨੂੰ ਪੇਸ਼ ਕਰਦੀ ਹੈ। ਨਿਰਛਲ ਹਾਸਾ ਅਤੇ ਖਿੱਲੀ ਉਡਾਉਣ ਵਿੱਚ ਬੜਾ ਫਰਕ ਹੁੰਦਾ ਹੈ। ਢੁਕਵਾਂ ਹਾਸਾ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ। ਹਸਮੁਖ ਇਨਸਾਨ ਹਰ ਥਾਂ 'ਤੇ ਪਸੰਦ ਕੀਤਾ ਜਾਂਦਾ ਹੈ। ਸਾਰਥਕ ਹਾਸਾ ਮਾਹੌਲ, ਸੁਖਾਵਾਂ ਅਤੇ ਵਿਵਾਦਾਂ ਨੂੰ ਦੂਰ ਕਰਦਾ ਹੈ। ਹਾਸੇ ਦੀ ਛਣਕਾਰ ਦੂਜਿਆਂ ਨੂੰ ਆਪਣੇ ਵੱਲ ਖਿੱਚਦੀ ਹੈ। ਹੱਸਦਾ ਹੋਇਆ ਹਰ ਕੋਈ ਸੋਹਣਾ ਲੱਗਦਾ ਹੈ। ਹੱਸਦਾ ਹੋਇਆ ਬੱਚਾ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ ਹੈ। ਮਨੁੱਖ ਨੂੰ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਬਚਾਉਂਦਾ ਹੈ। ਹੱਸਣਾ ਮਨੁੱਖ ਲਈ ਵਧੀਆ ਟਾਨਿਕ ਹੈ। ਡਿਪਰੈਸ਼ਨ ਦੇ ਮਰੀਜ਼ਾਂ ਨੂੰ ਡਾਕਟਰ ਪੁੱਛਦੇ ਹਨ, ਕਿੰਨਾ ਕੁ ਹੱਸਦੇ ਹੋ? ਆਖਰੀ ਵਾਰ ਕਦੋਂ ਹੱਸੇ ਸੀ? ਹੱਸਣ ਦੀ ਸਲਾਹ ਦਿੰਦੇ ਹੋਏ ਡਾਕਟਰ ਦੱਸਦੇ ਹਨ ਕਿ ਮਾਨਸਿਕ ਥਕਾਨ ਅਤੇ ਉਦਾਸੀ ਹਾਸੇ ਨਾਲ ਦੂਰ ਹੁੰਦੀ ਹੈ। ਹੱਸਣ ਨਾਲ ਚਿਹਰੇ ਦੀਆਂ 100 ਤੋਂ ਵੱਧ ਮਾਸਪੇਸ਼ੀਆਂ ਦੀ ਕਸਰਤ ਹੁੰਦੀ ਹੈ। ਹਾਸਾ ਕਈ ਪ੍ਰਕਾਰ ਦਾ ਹੁੰਦਾ ਹੈ। ਮੂੰਹ ਬੰਦ ਕਰਕੇ ਹੱਸਣਾ, ਖਿੜਖੜਾ ਕੇ ਹੱਸਣਾ, ਠਹਾਕੇ ਮਾਰ ਕੇ ਹੱਸਣਾ, ਹੱਸਦੇ ਹੱਸਦੇ ਅੱਖਾਂ ਵਿੱਚੋਂ ਹੰਝੂ ਆ ਜਾਣੇ, ਹੱਸਦਿਆਂ ਢਿੱਡੀ ਪੀੜਾਂ ਪੈ ਜਾਣੀਆਂ। ਸਭ ਤਰ੍ਹਾਂ ਦੇ ਹਾਸੇ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਦੀ ਕਸਰਤ ਹੁੰਦੀ ਹੈ। ਸਭ ਤਰ੍ਹਾਂ ਦਾ ਹਾਸਾ ਸਿਹਤ ਲਈ ਲਾਭਦਾਇਕ ਹੈ। ਕਹਿੰਦੇ ਹਨ ਕਿ ਹੱਸਦਿਆਂ ਦੇ ਘਰ ਵਸਦੇ। ਬੱਚਿਆਂ ਦੁਆਰਾ ਕੀਤੀਆਂ ਤੋਤਲੀਆਂ ਭੋਲੀਆਂ ਭਾਲੀਆਂ ਗੱਲਾਂ ਕਰਕੇ, ਆਪਣੇ ਬਚਪਨ ਦੀਆਂ ਗੱਲਾਂ ਕਰਕੇ ਬਹੁਤ ਸਾਰੀਆਂ ਗੱਲਾਂ ਸਾਡੀ ਜ਼ਿੰਦਗੀ ਵਿੱਚ ਜੋ ਹਲਕੀਆਂ ਫੁਲਕੀਆਂ ਵਾਪਰਦੀਆਂ ਹਨ, ਉਹਨਾਂ 'ਤੇ ਹੱਸਿਆ ਜਾ ਸਕਦਾ ਹੈ। ਮੰਝੇ ਹੋਏ ਹਾਸਰਸ ਕਵੀ ਆਪਣੀਆਂ ਕਮਜ਼ੋਰੀਆਂ 'ਤੇ ਹੱਸਦੇ ਹਨ। ਸਭ ਵਿਅੰਗ ਆਪਣੇ ਆਪ 'ਤੇ ਅਤੇ ਆਪਣੇ ਪਰਿਵਾਰ 'ਤੇ ਕਰਕੇ ਹਸਾਉਂਦੇ ਹਨ, ਭਾਵੇਂ ਉਹ ਸਭ ਸਾਡੀਆਂ ਸਾਂਝੀਆਂ ਗੱਲਾਂ ਹੁੰਦੀਆਂ ਹਨ। ਹਾਸਿਆਂ ਦੇ ਬਾਦਸ਼ਾਹ ਭਗਵੰਤ ਮਾਨ ਨੂੰ ਕੌਣ ਨਹੀਂ ਜਾਣਦਾ। ਉਹ ਸਮਾਜ ਵਿੱਚ ਵਾਪਰਦੀਆਂ ਗੰਭੀਰ ਤੋਂ ਗੰਭੀਰ ਸਮੱਸਿਆਵਾਂ ਬਾਰੇ ਵੀ ਹੱਸਦੇ ਹੱਸਦੇ ਬੋਲ ਜਾਂਦੇ ਹਨ ਅਤੇ ਹੁਣ ਸੰਸਦ ਵਿੱਚ ਵੀ ਆਪਣੀ ਕਵਿਤਾ ਰਾਹੀਂ ਜਾਂ ਆਪਣੇ ਵਿਅੰਗਾਂ ਰਾਹੀਂ ਸਭ ਨੂੰ ਹਸਾਉਂਦੇ ਹਨ। ਹਾਸਾ ਅੱਜ ਦੇ ਸਮੇਂ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ। ਯੋਗਾ ਸੈਂਟਰ ਅਤੇ ਲਾਫਟਰ ਚੈਨਲ ਹਾਸੇ ਦੀ ਮਹੱਤਤਾ ਨੂੰ ਦਰਸਾਉਣ ਲਈ ਚਲਾਏ ਜਾਂਦੇ ਹਨ ਤਾਂ ਕਿ ਨੀਰਸਤਾ ਦੂਰ ਕੀਤੀ ਜਾ ਸਕੇ। ਪਰ ਜੇਕਰ ਸਾਡਾ ਹਾਸਾ ਕਿਸੇ ਨੂੰ ਨੀਵਾਂ ਦਿਖਾਉਣ ਲਈ, ਕਿਸੇ ਦੇ ਸਰੀਰਕ ਨੁਕਸ ਜਾਂ ਕਿਸੇ ਦੀ ਮਜਬੂਰੀ ਵਿੱਚੋਂ ਉਪਜਿਆ ਹੈ ਤਾਂ ਇਹ ਖੂਨ ਵਧਾਉਣ ਜਾਂ ਮਾਹੌਲ ਨੂੰ ਖੁਸ਼ਗਵਾਰ ਕਰਨ ਦੀ ਬਜਾਏ ਖੂਨ ਸਾੜਨ ਅਤੇ ਲੜਾਈ ਦਾ ਮਾਹੌਲ ਸਿਰਜਣ ਵਿੱਚ ਵੀ ਯੋਗਦਾਨ ਪਾਉਂਦਾ ਹੈ। ਮਹਾਭਾਰਤ ਦੇ ਯੁੱਧ ਸਿਰਫ ਦ੍ਰੋਪਦੀ ਵੱਲੋਂ ਯੁਧਿਸ਼ਠਿਰ ਪੁੱਤਰ ਦੁਰਯੋਧਨ ਦਾ ਮਜ਼ਾਕ ਉਡਾ ਕੇ ਇਹ ਕਿਹਾ ਜਾਣਾ ਕਿ ਅੰਨ੍ਹੇ ਦਾ ਪੁੱਤਰ ਅੰਨ੍ਹਾ। ਦ੍ਰੋਪਦੀ ਵੱਲੋਂ ਤੰਜ ਕੱਸ ਕੇ ਹੱਸਣਾ ਮਹਾਭਾਰਤ ਦੇ ਯੁੱਧ ਦਾ ਕਾਰਨ ਬਣਿਆ, ਜਿਸ ਵਿੱਚ 100 ਕੌਰਵ ਪੁੱਤਰ ਅਤੇ ਪਾਂਡਵਾਂ ਦਾ ਸਾਰਾ ਖਾਨਦਾਨ, ਹੋਰ ਪਤਾ ਨਹੀਂ ਕਿੰਨੇ ਸੈਨਿਕ ਮਾਰੇ ਗਏ ਸਿਰਫ ਹਾਸੇ ਕਰਕੇ। ਵੱਡੇ ਵੱਡੇ ਮਹਾਬਲੀ ਯੋਧੇ ਸੂਰਮੇ ਇਸ ਯੁੱਧ ਦੀ ਭੇਟ ਚੜ੍ਹ ਗਏ। ਇੱਕ ਵਾਰ ਪ੍ਰਸਿੱਧ ਵਿਦਵਾਨ ਅਸ਼ਟਾਵਕਰ ਰਾਜੇ ਜਨਕ ਵੱਲੋਂ ਬੁਲਾਈ ਵਿਦਵਾਨਾਂ ਦੀ ਸਭਾ ਵਿੱਚ ਗਏ। ਉੱਥੇ ਬੈਠੇ ਸਾਰੇ ਵਿਦਵਾਨ ਪੰਡਤ ਅਸ਼ਟਾਵਕਰ ਦੇ ਟੇਢੇ ਮੇਢੇ ਭਾਵ 8 ਵਲਾਂ ਵਾਲੇ ਸਰੀਰ ਨੂੰ ਵੇਖ ਕੇ ਹੱਸਣ ਲੱਗੇ। ਬਾਲਕ ਅਸ਼ਟਾਵਕਰ, ਜੋ ਉਸ ਸਮੇਂ ਕੇਵਲ 12 ਵਰ੍ਹਿਆਂ ਦਾ ਸੀ, ਪਰ ਬੁੱਧੀਮੰਤ, ਤੇਜਸਵੀ ਅਤੇ ਹਾਜ਼ਰ ਜਵਾਬ ਸੀ, ਗਰਜ ਕੇ ਕਹਿਣ ਲੱਗਾ, ਰਾਜਨ, ਇਹਨਾਂ ਚਮਿਆਰਾਂ ਦੀ ਸਭਾ ਵਿੱਚ ਮੇਰਾ ਕੀ ਕੰਮ ਹੈ? ਤੁਸੀਂ ਤਾਂ ਕਹਿੰਦੇ ਸੀ ਵਿਦਵਾਨਾਂ ਦੀ ਸਭਾ ਹੈ। ਸਾਰੇ ਵਿਦਵਾਨ ਪੰਡਤ ਆਪਣੇ ਬਾਰੇ ਚਮਿਆਰ ਸ਼ਬਦ ਸੁਣ ਕੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਕਿ ਇਸ ਬੱਚੇ ਨੇ ਸਾਡੀ ਬੇਇੱਜ਼ਤੀ ਕੀਤੀ ਹੈ। ਪਰ ਅਸ਼ਟਾਵਕਰ, ਜੋ ਬੜਾ ਹਾਜ਼ਰ ਜਵਾਬ ਸੀ, ਕਹਿਣ ਲੱਗਾ, ਤੁਸੀਂ ਇੱਥੇ ਮੇਰੇ ਵਿਚਾਰ ਸੁਣਨ ਲਈ ਮੈਨੂੰ ਬੁਲਾਇਆ ਹੈ, ਪਰ ਤੁਸੀਂ ਮੇਰੇ ਸਰੀਰਕ ਨੁਕਸ ਦੇਖ ਕੇ ਹੱਸਣ ਲੱਗ ਪਏ ਹੋ। ਇਹ ਕਿੱਥੋਂ ਦੀ ਵਿਦਵਤਾ ਹੈ? ਮੈਂ ਤੁਹਾਨੂੰ ਚਮਿਆਰ ਨਹੀਂ ਕਹਾਂਗਾ ਤਾਂ ਹੋਰ ਕੀ ਕਹਾਂਗਾ, ਜੋ ਤੁਸੀਂ ਮੇਰੇ ਚੰਮ ਦੀ ਪਰਖ ਕੀਤੀ ਹੈ। ਮੇਰੇ ਵਿਚਾਰ ਤਾਂ ਅਜੇ ਪਰਖੇ ਹੀ ਨਹੀਂ। ਇਸ ਤਰ੍ਹਾਂ ਰਾਜੇ ਜਨਕ ਨੇ ਅਤੇ ਹਾਜ਼ਰ ਵਿਦਵਾਨਾਂ ਨੇ ਅਸ਼ਟਾਵਕਰ ਤੋਂ ਮਾਫ਼ੀ ਮੰਗੀ। ਕਿਸੇ ਦੇ ਸਰੀਰਕ ਨੁਕਸ ਦੇਖ ਕੇ ਹੱਸਣਾ, ਜਿਸ ਕਰਕੇ ਉਹ ਪਹਿਲਾਂ ਹੀ ਦੁਖੀ ਅਤੇ ਪਰੇਸ਼ਾਨ ਹੈ, ਬੱਜਰ ਪਾਪ ਹੈ। ਉਸ ਸਰੀਰਕ ਨੁਕਸ ਕਰਕੇ ਉਹ ਪਹਿਲਾਂ ਹੀ ਦੁਖੀ ਹੈ, ਜਿਸ ਬਾਰੇ ਉਹ ਚਰਚਾ ਕਰਕੇ ਹੱਸਣਾ ਬਹੁਤ ਹੀ ਬੇਵਕੂਫੀ ਹੈ। ਕੁਝ ਕੁ ਲੋਕਾਂ ਦੀ ਆਦਤ ਹੁੰਦੀ ਹੈ, ਉਹ ਆਪਣੇ ਕਿਸੇ ਸਹਿਪਾਠੀ, ਸਹਿਕਰਮੀ
ਦੋਸਤ ਮਿੱਤਰ ਦੇ ਰਾਜ਼-ਪਾਜ਼ ਉਘਾੜ ਕੇ ਮਹਿਫ਼ਲ ਵਿੱਚ ਉਸ ਨੂੰ ਨੀਵਾਂ ਦਿਖਾ ਕੇ ਹੱਸਦੇ ਹਨ ਅਤੇ ਦੂਜਿਆਂ ਨੂੰ ਹਸਾਉਂਦੇ ਹਨ। ਅਜਿਹਾ ਲੜਾਈ ਅਤੇ ਦੁਸ਼ਮਣੀ ਦਾ ਕਾਰਨ ਬਣਦਾ ਹੈ। ਵਿਅੰਗਮਈ ਹਾਸਾ ਹੱਸਣ ਵਾਲੇ ਪਾਤਰ ਸਾਡੇ ਸਮਾਜ ਵਿੱਚੋਂ ਹੀ ਮਿਲ ਜਾਂਦੇ ਹਨ, ਜੋ ਹੱਸਦੇ ਹੱਸਦੇ ਦੂਜਿਆਂ ਦੀ ਬੇਇੱਜ਼ਤੀ ਕਰ ਜਾਂਦੇ ਹਨ। ਪਿੰਡ ਦੀਆਂ ਸੱਥਾਂ ਵਿੱਚ ਹਰ ਉਮਰ ਦਾ, ਹਰ ਕਿਸਮ ਦਾ ਆਦਮੀ ਬੈਠਾ ਹੁੰਦਾ ਹੈ। ਇਸ ਕਰਕੇ ਇਸ ਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ। ਇੱਥੇ ਬੈਠ ਕੇ ਹਾਸੇ ਠੱਠੇ ਅਤੇ ਗੰਭੀਰ ਮਸਲਿਆਂ 'ਤੇ ਵਿਚਾਰ ਕੀਤੇ ਜਾਂਦੇ ਹਨ। ਪਰ ਜੇਕਰ ਕੋਈ ਮੰਚਲਾ ਕਿਸੇ ਦੇ ਘਰ ਦੀ ਪਰਦੇ ਵਾਲੀ ਗੱਲ ਕਰਕੇ ਸੱਥ ਵਿੱਚ ਖਿੱਲੀ ਉਡਾਉਂਦਾ ਹੈ ਤਾਂ ਸਿਆਣੇ ਬਜ਼ੁਰਗ ਅਜਿਹਾ ਕਰਨ ਤੋਂ ਰੋਕਦੇ ਹੋਏ ਕਹਿੰਦੇ ਹਨ, ਆਪਦੀਆਂ ਕੱਛ ਵਿੱਚ ਲੋਕਾਂ ਦੇ ਹੱਥ ਵਿੱਚ, ਭਾਵ ਆਪਣੇ ਘਰ ਦੇ ਪਰਦੇ ਰੱਖਦੇ ਹੋ ਅਤੇ ਦੂਜਿਆਂ ਦੀਆਂ ਗੱਲਾਂ ਜ਼ਾਹਰ ਕਰਦੇ ਹੋ ਜੋ ਚੰਗੀ ਗੱਲ ਨਹੀਂ। ਅਸੀਂ ਸਭ ਆਪਣੇ ਆਪ ਅੰਦਰ ਝਾਤ ਮਾਰ ਕੇ ਦੇਖੀਏ, ਅਸੀਂ ਕਿਹੋ ਜਿਹੀਆਂ ਗੱਲਾਂ 'ਤੇ ਹੱਸਦੇ ਹਾਂ ਅਤੇ ਕਿਹੋ ਜਿਹੀਆਂ ਗੱਲਾਂ 'ਤੇ ਉਦਾਸ ਹੁੰਦੇ ਹਾਂ। ਦੂਜਿਆਂ ਬਾਰੇ ਗਲਤ ਵਿਚਾਰ ਫੈਲਾ ਕੇ, ਉਹਨਾਂ ਨੂੰ ਨੀਵਾਂ ਦਿਖਾ ਕੇ ਆਪਣੀ ਖੁੰਦਕ ਕੱਢਣ ਲਈ ਤਾਂ ਨਹੀਂ ਹੱਸਦੇ। ਮਾੜੇ ਹਾਲਾਤਾਂ, ਮਜਬੂਰੀਆਂ 'ਤੇ ਹੱਸਣਾ ਤੁਹਾਡੀ ਸ਼ਖਸੀਅਤ ਨੂੰ ਨੀਵਾਂ ਕਰਦਾ ਹੈ। ਦੂਜਿਆਂ ਦੀ ਮਖੌਲ ਉਡਾਉਣ ਵਾਲੇ ਨੂੰ ਕਪਟੀ, ਧੋਖੇਬਾਜ਼ ਅਤੇ ਮੂਰਖ ਜਿਹੇ ਵਿਸ਼ਲੇਸ਼ਣ ਦਿੱਤੇ ਜਾਂਦੇ ਹਨ। ਆਪਣੇ ਆਪ 'ਤੇ ਹੱਸਣਾ ਹਾਸੇ ਦੀ ਸਭ ਤੋਂ ਉੱਤਮ ਕਿਸਮ ਹੈ। ਆਓ ਹੱਸੀਏ, ਹਸਾਈਏ, ਮਹਿਫ਼ਲਾਂ ਦਾ ਸ਼ਿੰਗਾਰ ਬਣ ਨੀਰਸਤਾ ਖਤਮ ਕਰੀਏ, ਪਰ ਯਾਦ ਰੱਖੀਏ, ਹਾਸਾ ਸਾਰਥਕ ਹੋਵੇ। ਧੰਨਵਾਦ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।